ਕੈਨੇਡਾ ਦੇ ਵਿੱਚ ਬਹੁਤ ਸਾਰੇ ਲੋਕ ਮਾਈਗ੍ਰੇਟ ਹੋ ਕੇ ਆਉਂਦੇ ਆ। ਕੈਨੇਡਾ ਦੇ ਵਿੱਚ ਪਹਿਲਾਂ ਮੂਲ ਨਿਵਾਸੀ ਰਹਿੰਦੇ ਸੀ, ਫਿਰ ਹੌਲੀ ਹੌਲੀ ਬਾਹਰਲੇ ਲੋਕ ਆਏ, ਇੱਥੇ ਵਸਣ ਲੱਗ ਪਏ ਅਤੇ ਫਿਰ ਹੌਲੀ ਹੌਲੀ ਇੱਥੋਂ ਦੇ ਵਸਿੰਦੇ ਬਣ ਗਏ ਉਹ। ਅੱਜ ਵੀ ਕੈਨੇਡਾ ਦੇ ਵਿੱਚ ਬਹੁਤ ਸਾਰੇ ਲੋਕ ਬਾਹਰਲੇ ਦੇਸ਼ਾਂ ਦੇ ਵਿੱਚੋਂ ਆਉਂਦੇ ਆ। ਕੈਨੇਡਾ ਨੂੰ ਹਮੇਸ਼ਾ ਹੀ ਇਮੀਗ੍ਰੈਂਟਸ ਦੀ ਲੋੜ ਰਹਿੰਦੀ ਆ, ਇਹ ਵਰਕਫੋਰਸ ਦਾ ਬਹੁਤ ਵੱਡਾ ਹਿੱਸਾ ਆ। ਅਤੇ ਅੱਜ ਜਿਹੜੇ ਸਟੈਟਿਸਟਿਕਸ ਕੈਨੇਡਾ ਦੇ ਅੰਕੜੇ ਸਾਹਮਣੇ ਆਏ ਆ, ਉਹ ਦੱਸ ਰਹੇ ਆ ਕਿ ਕੈਨੇਡਾ ਦੇ ਵਿੱਚ ਇੱਕ ਆਲਮੋਸਟ ਕੁਆਟਰ ਜਿਹੜਾ ਚੌਥਾ ਹਿੱਸਾ ਲੋਕ ਨੇ ਉਹ ਇਮੀਗ੍ਰੈਂਟਸ ਨੇ ਜਾਂ ਪਰਮਾਨੈਂਟ ਰੈਜ਼ੀਡੈਂਟਸ ਨੇ, ਭਾਵ 1/4 ਲੋਕ ਬਾਹਰੋਂ ਆ ਕੇ ਇੱਥੇ ਵਸੇ ਆ। ਸਿੱਧੇ ਸਟੈਟਿਸਟਿਕਸ ਕੈਨੇਡਾ ਨੇ ਰਿਪੋਰਟ ਦਿੱਤੀ ਹੈ, ਬਹੁਤ ਵੱਡਾ ਅੰਕੜਾ ਦੱਸਿਆ ਜਾ ਰਿਹਾ। 2021 ਦੇ ਵਿੱਚ ਜਿਹੜੀ ਮਰਦਮਸ਼ੁਮਾਰੀ ਹੋਈ ਸੀ ਉਹਦੇ ਵਿੱਚ ਦੱਸਿਆ ਸੀ ਕਿ ਜਿਹੜੇ 8.3 ਮਿਲੀਅਨ ਲੋਕ ਨੇ, 38 ਮਿਲੀਅਨ ਕੈਨੇਡਾ ਦੀ ਟੋਟਲ ਪਾਪੂਲੇਸ਼ਨ ਆ ਅਤੇ 8.3 ਮਿਲੀਅਨ ਲੋਕ ਯਾਨੀ ਕਿ 23% ਪਾਪੂਲੇਸ਼ਨ ਜਿਹੜੀ ਆ ਉੱਥੇ ਇਸ ਕੈਟਾਗਰੀ ਦੇ ਵਿੱਚ ਆਉਂਦੀ ਆ। ਪਹਿਲਾਂ ਇਹ 22.3% 1921 ਦੇ ਵਿੱਚ ਹੋਈ ਸੀ। ਇੰਨੇ ਜ਼ਿਆਦਾ ਲੋਕ ਬਾਹਰੋਂ ਆ ਕੇ ਇੱਥੇ ਵਸੇ ਹੁਣ, ਭਾਵ ਜਿਹੜੇ ਸਿੱਧੇ ਇੱਥੇ ਆ ਕੇ ਮਾਈਗ੍ਰੇਟ ਹੋਏ ਆ, ਜਿਹੜੇ ਇੱਥੇ ਜਨਮ ਲੈਂਦੇ ਆ, ਇੱਥੋਂ ਦੇ ਹੋ ਜਾਂਦੇ ਆ, ਉਹ ਹੋਰ ਕੈਟਾਗਰੀ ਦੇ ਵਿੱਚ ਆਉਂਦੇ ਆ। ਜਿਹੜੇ ਇਹ ਨਵੇਂ ਨੰਬਰ ਰਿਲੀਜ਼ ਹੋਏ ਆ, ਇਹ ਦੱਸਦੇ ਆ ਕਿ ਪਰਮਾਨੈਂਟ ਰੈਜ਼ੀਡੈਂਟਸ ਤੇ ਜਿਹੜੇ ਇਮੀਗ੍ਰੈਂਟਸ ਨੇ, ਇਹਨਾਂ ਦੀ ਗਿਣਤੀ ਇਸ ਵੇਲੇ G7 ਮੁਲਕਾਂ ਦੇ ਵਿੱਚ ਕੈਨੇਡਾ ਦੇ ਵਿੱਚ ਸਭ ਤੋਂ ਜ਼ਿਆਦਾ ਆ। ਤੇ ਜੇ ਇਹੀ ਟ੍ਰੈਂਡ ਚੱਲਦਾ ਰਿਹਾ, ਬਾਹਰੋਂ ਐਸੇ ਤਰ੍ਹਾਂ ਹੀ ਲੋਕ ਇੱਥੇ ਆ ਕੇ ਵਸਦੇ ਰਹੇ, ਤਾਂ ਪਾਪੂਲੇਸ਼ਨ ਪ੍ਰੋਜੈਕਸ਼ਨ ਇਹ ਦੱਸਦੀ ਆ ਕਿ ਇਹ ਗਿਣਤੀ 29% ਤੋਂ ਲੈ ਕੇ 34% ਤੱਕ ਪਹੁੰਚ ਜਾਊਗੀ 2041 ਦੇ ਵਿੱਚ। ਭਾਵ 2041 ਦੇ ਵਿੱਚ ਜਦੋਂ 10 ਸਾਲ ਬਾਅਦ ਜਨਗਣਨਾ ਕੀਤੀ ਜਾਂਦੀ ਹੈ, 21 'ਚ ਹੋਈ ਸੀ, 31 'ਚ ਹੋਈ ਸੀ, ਅਤੇ ਮੁੜ ਕੇ ਜਦੋਂ 41 'ਚ ਹੋਣੀ ਆ, ਜੇ ਟ੍ਰੈਂਡ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਉਸ ਵੇਲੇ 29 ਤੋਂ 34% ਲੋਕ ਬਾਹਰਲੇ ਇੱਥੇ ਆ ਕੇ ਵਸੇ ਹੋਣਗੇ, ਭਾਵ ਇਮੀਗ੍ਰੈਂਟਸ ਜਾਂ ਪਰਮਾਨੈਂਟ ਰੈਜ਼ੀਡੈਂਟ ਹੋਣਗੇ। ਇੱਥੇ ਇਹ ਗੱਲ ਵੀ ਸਪਸ਼ਟ ਕਰਨ ਵਾਲੀ ਆ ਕਿ ਬਹੁਤ ਸਾਰੇ ਲੋਕ ਜਿਹੜੇ ਇੱਥੋਂ ਦੇ ਬੋਰਨ ਹੁੰਦੇ ਆ, ਭਾਵੇਂ ਉਹ ਦੂਜੀ ਪੀੜ੍ਹੀ ਹੋ ਜਾਂਦੀ, ਉਹ ਕੈਨੇਡਾ ਦੇ ਹੋ ਜਾਂਦੇ, ਪਰ ਇੱਕ ਪੀੜ੍ਹੀ ਜਿਹੜੀ ਕਿਤੇ ਹੋਰ ਜਨਮ ਲੈਂਦੀ ਆ ਅਤੇ ਮੁੜ ਕੇ ਕੈਨੇਡਾ ਨੂੰ ਆਪਣਾ ਦੇਸ਼ ਬਣਾਉਂਦੀ ਆ, ਇੱਥੇ ਦੇ ਇਮੀਗ੍ਰੈਂਟ ਬਣਦੇ ਆ, ਉਹ ਸਿਟੀਜ਼ਨ ਬਣਦੇ ਆ ਅਤੇ ਜਾਂ PR ਬਣਦੇ ਆ, ਉਹਨਾਂ ਦੀ ਗਿਣਤੀ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ। 2016 ਤੋਂ ਲੈ ਕੇ 21 ਤੱਕ 5 ਸਾਲਾਂ ਦਾ ਹਿਸਾਬ ਕਿਤਾਬ ਲਾਇਆ ਜਾਵੇ ਤਾਂ 1.3 ਮਿਲੀਅਨ ਨਵੇਂ ਇਮੀਗ੍ਰੈਂਟ ਇੱਥੇ ਸੈਟਲ ਹੋਏ ਆ ਕੈਨੇਡਾ ਦੇ ਵਿੱਚ। ਇਹ ਰਿਕਾਰਡ ਇਨਕਰੀਜ਼ ਦੱਸਿਆ ਜਾ ਰਿਹਾ ਇਮੀਗ੍ਰੈਂਟਸ ਦਾ, ਜਿਹਦਾ ਮਤਲਬ ਇਹ ਆ ਕਿ 16% ਸਾਰੇ ਇਮੀਗ੍ਰੈਂਟ ਕੈਨੇਡਾ ਦੇ ਜਿਹੜੇ ਆ ਉਹ ਇਹਨਾਂ ਦੇਸ਼ਾਂ ਤੋਂ ਰੀਸੈਂਟਲੀ ਆਏ ਆ। ਸਟੈਟਸ ਕੈਨੇਡਾ ਦੀ ਰਿਪੋਰਟ ਇਹ ਵੀ ਦੱਸਦੀ ਆ ਕਿ ਇਹ ਜਿਹੜੇ ਇਮੀਗ੍ਰੈਂਟਸ ਨੇ ਯੰਗਰ ਨੇ, ਔਨ ਐਨ ਐਵਰੇਜ ਇਹਨਾਂ ਦੀ ਉਮਰ ਘੱਟ ਆ ਕੈਨੇਡਾ ਦੇ ਵਿੱਚ, ਕਿਉਂਕਿ ਜਿੱਦਾਂ ਆਪਾਂ ਬਹੁਤ ਵਾਰੀ ਗੱਲਬਾਤ ਕਰ ਚੁੱਕੇ ਹਾਂ ਕਿ ਜਿਹੜੇ ਬਜ਼ੁਰਗ ਨੇ ਉਹਨਾਂ ਦੀ ਗਿਣਤੀ ਜ਼ਿਆਦਾ ਹੈ ਜਾਂ ਬੱਚਿਆਂ ਦੀ ਗਿਣਤੀ ਜ਼ਿਆਦਾ। ਜਿਹੜੀ ਵਿਚਕਾਰਲੀ ਉਮਰ 'ਚ ਲੋਕਾਂ ਨੇ ਕੰਮ ਕਰਨਾ ਹੁੰਦਾ, ਟੈਕਸ ਦੇਣਾ ਹੁੰਦਾ, ਉਹਨਾਂ ਦੀ ਉਮਰ, ਉਸ ਉਮਰ ਵਰਗ ਦੇ ਲੋਕ ਘੱਟ ਨੇ। ਇਸੇ ਕਰਕੇ ਕੈਨੇਡਾ ਜਿਹੜਾ ਹੈ ਬਾਹਰੋਂ ਲੋਕਾਂ ਨੂੰ ਸੱਦਦਾ ਅਤੇ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਸੱਦਦਾ ਰਹਿੰਦਾ। ਹਰ ਸਾਲ ਜਿਹੜੀ ਅੰਕੜੇ ਦਿੱਤੇ ਜਾਂਦੇ ਆ ਕਿ ਅਸੀਂ ਇਸ ਸਾਲ 3 ਜਾਂ 4 ਲੱਖ ਬੰਦਾ ਇੱਕ ਸਾਲ ਦੇ ਵਿੱਚ PR ਕਰਦੇ ਆ। 3 ਸਾਲਾਂ ਦੇ ਵਿੱਚ ਇਹਨਾਂ ਨੇ ਜਿਹੜੇ ਅੰਕੜੇ ਦਿੱਤੇ ਆ ਕਿ 1.2 ਮਿਲੀਅਨ ਜਾਂ ਇਹਦੇ ਨੇੜੇ ਤੇੜੇ ਲੋਕਾਂ ਨੂੰ ਇੱਥੇ ਪੱਕਾ ਕਰਦੇ ਆ। ਹੁਣ ਉਹਨੂੰ ਅੱਗੋਂ ਡਾਟੇ ਨੂੰ ਤੋੜ ਕੇ ਦੇਖਿਆ ਜਾ ਰਿਹਾ ਕਿ ਕਿੱਡਾ ਵੱਡਾ ਵਰਕਫੋਰਸ ਦਾ ਇਹ ਹਿੱਸਾ ਬਣ ਰਹੇ ਆ। ਸੋ 64% ਜਿਹੜੇ ਲੋਕ ਨੇ, ਜਿਹੜੇ ਇਮੀਗ੍ਰੈਂਟਸ ਨੇ, ਇਹ 25 ਤੋਂ 54 ਸਾਲਾਂ ਦੇ ਵਿਚਕਾਰ ਨੇ, ਭਾਵ ਕੰਮ ਵਾਲੇ ਨੇ, ਇਹਨਾਂ ਨੇ ਕੰਮ ਕਰਨਾ ਆ। 3.6% ਜਿਹੜੇ ਉਹ 55 ਸਾਲ ਤੋਂ ਤਾਂ 64 ਸਾਲ ਤੋਂ ਉੱਪਰ ਆ, ਅਤੇ ਜਿਹੜੇ 15 ਸਾਲ ਤੋਂ ਛੋਟੀ ਉਮਰ ਵਾਲੇ ਉਹ 17% ਆ। ਮਤਲਬ ਕਿ ਜਿਸ ਲੇਬਰ ਫੋਰਸ ਦੀ ਕੈਨੇਡਾ ਨੂੰ ਲੋੜ ਆ, ਬਿਲਕੁਲ ਉਸੇ ਲੇਬਰ ਫੋਰਸ ਨੂੰ ਇਹ ਇੱਥੇ ਸੱਦ ਰਹੇ ਆ, ਕੰਮ ਕਰਵਾ ਰਹੇ ਆ, ਉਹਨਾਂ ਨੂੰ ਬਿਹਤਰ ਜ਼ਿੰਦਗੀ ਮਿਲ ਰਹੀ ਆ, ਕੈਨੇਡਾ ਦੀ ਤਰੱਕੀ ਹੋ ਰਹੀ ਹੈ, ਡਿਵੈਲਪਮੈਂਟ ਹੋ ਰਹੀ ਹੈ। 16 ਤੋਂ ਲੈ ਕੇ 21 ਤੱਕ ਜਦੋਂ ਇਹਨੂੰ ਗਿਣਦੇ ਆ ਤਾਂ 4/5 ਕੈਨੇਡਾ ਦੀ ਜਿਹੜੀ ਲੇਬਰ ਫੋਰਸ ਆ, ਉਹ ਇਸ ਇਮੀਗ੍ਰੈਂਟ ਦਾ ਉਹਦੇ ਵਿੱਚ ਸ਼ੇਅਰ ਹੈਗਾ ਆ। ਇਹ ਵੀ ਦੱਸਿਆ ਜਾ ਰਿਹਾ ਕਿ ਜਿਹੜੀ ਰੀਸੈਂਟ ਇਮੀਗ੍ਰੇਸ਼ਨ ਆ 7 ਲੱਖ, ਉਹਦੇ ਵਿੱਚੋਂ ਅੱਧੀ 7,78,000 ਦੇ ਵਿੱਚੋਂ 1.3 ਮਿਲੀਅਨ ਦੇ ਵਿੱਚੋਂ ਜਿਹੜੀ ਅੱਧੀ ਪਾਪੂਲੇਸ਼ਨ 1.3 ਮਿਲੀਅਨ ਟੋਟਲ, ਉਹਦੀ ਲਗਭਗ ਅੱਧੀ 7,48,000 ਜਿਹੜੀ ਆ ਉਹ ਕੈਨੇਡਾ ਦੇ ਵਿੱਚ 2016 ਤੋਂ ਲੈ ਕੇ 2021 ਦੇ ਵਿੱਚ ਆਏ ਆ। ਮਤਲਬ ਪਿਛਲੇ 10 ਸਾਲਾਂ ਦੇ ਵਿੱਚ ਜਿਹੜੇ ਇਹ 5 ਸਾਲ ਸੀ 2016 ਤੋਂ 21 ਵਾਲੇ, ਇਹਦੇ 'ਚ ਸਭ ਤੋਂ ਵੱਧ ਲੋਕ ਇੱਥੇ ਆ ਕੇ ਵਸੇ ਆ। ਇਕਨੋਮਿਕ ਇਮੀਗ੍ਰੈਂਟ ਬਹੁਤ ਜ਼ਿਆਦਾ, ਇਹਨਾਂ ਦੇ ਵਿੱਚੋਂ 35% ਲਗਭਗ ਉਹ ਨੇ ਸਕਿਲਡ ਵਰਕਰ ਪ੍ਰੋਗਰਾਮ ਦੇ ਤਹਿਤ ਆਏ ਨੇ ਉਹ ਇੱਥੇ, ਅਤੇ ਕੁਛ ਜਿਹੜੇ ਆ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦੇ ਤਹਿਤ ਵੀ ਆਏ ਨੇ। ਇਹ ਗਿਵਿੰਗ ਇਮੀਗ੍ਰੈਂਟਸ ਜਿਹੜੇ ਨੇ ਪਹਿਲਾਂ ਜਿਹੜੇ ਇੱਕ ਉਹ ਹਿੱਸਾ ਵੀ ਆ ਜਿਹੜਾ ਪਹਿਲਾਂ ਟੈਂਪਰੇਰੀਲੀ ਇੱਥੇ ਆਇਆ, ਜਾਂ ਇੱਥੇ ਆ ਕੇ ਉਹਨੇ ਵਰਕ ਪਰਮਿਟ ਲੈ ਲਿਆ ਜਾਂ ਅਸਾਈਲਮ ਲੈ ਲਈ, ਤਾਂ ਉਹਦੇ ਤੋਂ ਬਾਅਦ ਉਹ ਇੱਥੇ ਜਿਹੜੇ ਪੱਕੇ ਰਹਿਣ ਲੱਗ ਪਏ। ਔਰ ਜਦੋਂ ਇਹਨੂੰ ਫਿਰ ਇਹ ਦੇਖਦੇ ਵੀ ਕਿਹੜੇ ਪਾਸਿਓਂ ਕਿੰਨੇ ਲੋਕ ਆ ਰਹੇ ਆ, ਕੋਈ ਵੇਲਾ ਸੀ ਯੂਰਪ ਦੇ ਵਿੱਚੋਂ ਸਭ ਤੋਂ ਵੱਧ ਲੋਕ ਇੱਥੇ ਕੈਨੇਡਾ ਦੇ ਵਿੱਚ ਆ ਕੇ ਵਸਦੇ ਸੀ। ਇਸ ਵੇਲੇ ਜਿਹੜੇ ਏਸ਼ੀਅਨ ਬੋਰਨ ਇਮੀਗ੍ਰੈਂਟਸ ਨੇ, ਉਹਨਾਂ ਦਾ ਰੈਕਡ ਸ਼ੇਅਰ ਆ ਇੱਥੇ, ਉਹ ਸਭ ਤੋਂ ਜ਼ਿਆਦਾ ਇੱਥੇ ਉਹਨਾਂ ਦੀ ਗਿਣਤੀ ਹੈਗੀ ਆ 12% 1971 ਤੋਂ ਲੈ ਕੇ ਹੁਣ 62% 2021 ਦੇ ਵਿੱਚ ਇਹ ਅੰਕੜਾ ਹੋ ਗਿਆ। ਨਵੇਂ ਇਮੀਗ੍ਰੈਂਟਸ ਜਿਹੜੇ ਯੂਰਪ ਦੇ ਵਿੱਚ ਜਿਨ੍ਹਾਂ ਦਾ ਜਨਮ ਹੋਇਆ ਸੀ,
ਉਹ 50% ਡਿਕਲਾਈਨ ਹੋਈ ਆ, ਮਤਲਬ 10% ਰਹਿ ਗਿਆ ਜਿਹੜੇ 1971 ਦੇ ਵਿੱਚ 61% ਸੀਗੇ। ਸੋ ਇਹ ਇੱਕ ਫਲਿੱਪ ਹੋਇਆ ਆ ਕਿ 1971 ਦੇ ਵਿੱਚ ਸਭ ਤੋਂ ਵੱਧ ਇੱਥੇ ਲੋਕ ਜਿਹੜੇ ਸੀਗੇ ਬਾਹਰੋਂ ਆਏ ਸੀ, ਉਹਨਾਂ ਦੇ ਵਿੱਚ ਯੂਰਪ ਦੇ ਵਿੱਚ ਉਸ ਵੇਲੇ ਆਉਣ ਵਾਲੇ ਲੋਕ 61% ਸੀਗੇ 1971 ਦੇ ਵਿੱਚ, ਜਿਹੜੇ ਕਿ ਹੁਣ ਸਿਰਫ 10% ਰਹਿ ਗਏ ਆ। 1971 ਦੇ ਵਿੱਚ ਏਸ਼ੀਆ 'ਚੋਂ ਆਉਣ ਵਾਲੇ ਲੋਕ 12% ਸੀਗੇ, ਜਿਹੜੇ ਹੁਣ 62% ਹੋ ਗਏ ਆ। ਮਤਲਬ ਉੱਧਰੋਂ ਏਸ਼ੀਆ ਵੱਲੋਂ ਆਉਣ ਵਾਲੇ ਲੋਕਾਂ ਦੀ ਗਿਣਤੀ ਵੱਧ ਗਈ ਆ, ਔਰ ਉਹਦੇ ਵਿੱਚੋਂ ਵੀ ਜਿਹੜੀ ਵੱਡੀ ਗਿਣਤੀ ਆ ਫਿਰ ਇਸੇ ਵਰਗ ਦੇ ਵਿੱਚ 2016 ਤੋਂ ਲੈ ਕੇ 2021 ਦੇ ਵਿੱਚ ਆਈ ਹੈ। ਤੇ ਏਸ਼ੀਆ ਦੇ ਵਿੱਚੋਂ ਅੱਗੇ ਤੁਸੀਂ ਉਹਨੂੰ ਜਦੋਂ ਦੇਖਦੇ ਆ ਵੀ ਕਿਹੜੇ ਦੇਸ਼ 'ਚੋਂ ਕਿੰਨੇ ਆਏ ਆ, ਤਾਂ ਇੰਡੀਆ ਕੁਦਰਤੀ ਤੌਰ 'ਤੇ ਟੌਪ ਦੇ ਉੱਤੇ ਆ। 18% ਇਮੀਗ੍ਰੈਂਟਸ ਜਿਹੜੇ ਉਹ ਇੱਥੇ ਕੈਨੇਡਾ ਆਏ ਆ, ਔਰ ਇੰਡੀਆ ਉਹਨਾਂ ਸਾਰਿਆਂ ਦੇ ਵਿੱਚੋਂ ਟੌਪ ਦੇ ਉੱਤੇ ਆ। ਇਹ ਇੱਕ ਡਾਟਾ ਜਿਹੜਾ ਸਾਹਮਣੇ ਆਇਆ, ਜਿਹਦੇ ਵਿੱਚ ਅਸੀਂ ਬਹੁਤ ਕੁਝ ਜਿਹੜਾ ਦੇਖ ਰਹੇ ਆ। 1971 ਦੇ ਵਿੱਚ 20.9% ਜਿਹੜੇ ਸੀਗੇ ਲੋਕ ਆਏ ਸੀਗੇ, ਉਹ ਉੱਧਰ ਯੂਨਾਈਟਿਡ ਕਿੰਗਡਮ ਤੋਂ ਆਏ ਸੀ। ਉਸ ਵੇਲੇ ਬਹੁਤ ਸਾਰੇ ਲੋਕ ਇੰਗਲੈਂਡ ਤੋਂ ਇੱਧਰਲੇ ਪਾਸੇ ਆਏ ਸੀ, ਤੇ ਦੂਜੇ ਨੰਬਰ ਦੇ ਉੱਤੇ ਏਸ਼ੀਆ ਸੀਗਾ। ਹੁਣ 16 ਤੋਂ 21 ਦੇ ਵਿੱਚ ਜਿਹੜੀ ਆ ਬਹੁਤੀ ਗਿਣਤੀ ਇੱਧਰਲੇ ਪਾਸਿਓਂ ਆ ਰਹੀ ਆ। ਦੂਜੇ ਥਾਵਾਂ ਦੇ ਉੱਤੋਂ ਵੀ ਲੋਕ ਆ ਰਹੇ ਆ, ਇਰਾਕ ਦੇ ਵਿੱਚੋਂ ਜਾਂ ਅਫਗਾਨਿਸਤਾਨ ਦੇ ਵਿੱਚੋਂ, ਪਾਕਿਸਤਾਨ ਦੇ ਵਿੱਚੋਂ, ਫਿਲੀਪੀਨ ਦੇ ਵਿੱਚੋਂ, ਚਾਈਨਾ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਲੋਕ ਇੱਥੇ ਆ ਕੇ ਸੈਟਲ ਹੋ ਰਹੇ ਆ। ਉਸ ਤੋਂ ਬਾਅਦ ਫਿਰ ਇਹ ਵੀ ਦੇਖਿਆ ਜਾ ਰਿਹਾ ਵੀ ਜਿਹੜੇ ਲੋਕ ਆ ਰਹੇ ਉਹਨਾਂ ਦੇ ਵਿੱਚ ਸੈਟਲ ਹੋਣ ਦਾ ਟ੍ਰੈਂਡ ਕੀ ਆ। 90% ਜਿਹੜੇ ਇਮੀਗ੍ਰੈਂਟਸ ਨੇ ਉਹ 1 ਲੱਖ ਤੋਂ ਜ਼ਿਆਦਾ ਪੋਪੂਲੇਸ਼ਨ ਵਾਲੇ ਸ਼ਹਿਰਾਂ ਵਿੱਚ ਰਹਿ ਰਹੇ ਆ। ਟੋਰਾਂਟੋ ਦੇ ਵਿੱਚ 29% ਲੋਕ ਚਲੇ ਜਾਂਦੇ, ਵੀ 100 ਆਉਂਦਾ ਤੇ 29 ਟੋਰਾਂਟੋ ਚਲੇ ਜਾਂਦੇ ਆ, ਮੌਂਟਰੀਅਲ 'ਚ 12 ਚਲੇ ਜਾਂਦੇ ਆ, ਤੇ ਵੈਨਕੂਵਰ 'ਚ ਵੀ 11-12% ਇੱਥੇ ਆ ਜਾਂਦੇ ਆ। ਸੋ ਇਹ ਵੀ 2016 ਤੋਂ 2021 ਦੇ ਅੰਕੜੇ ਜਿਹੜੇ ਸਾਡੇ ਸਾਹਮਣੇ ਹੈਗੇ ਆ। ਸੋ ਜਿਹੜੇ ਇਹ ਕਿਹੜੇ ਸ਼ਹਿਰ ਦੇ ਵਿੱਚ ਸੈਟਲ ਹੋਣਾ, ਇਹ ਵੀ ਟ੍ਰੈਂਡ ਹੌਲੀ ਹੌਲੀ ਇਹਨਾਂ ਥਾਵਾਂ ਦੇ ਉੱਤੇ ਬਦਲੇ ਆ। ਨਵੇਂ ਇਮੀਗ੍ਰੈਂਟਸ ਜਿਹੜੇ ਟੋਰਾਂਟੋ, ਮੌਂਟਰੀਅਲ ਤੇ ਵੈਨਕੂਵਰ ਵਿੱਚ ਸੈਟਲ ਹੁੰਦੇ ਆ, ਵੱਡੀ ਗਿਣਤੀ ਇਹਨਾਂ ਸ਼ਹਿਰਾਂ ਦੇ ਵਿੱਚ ਆਉਂਦੀ ਆ, ਤੇ ਜਿਹੜੇ ਮੌਂਟਰੀਅਲ ਵਾਲੇ ਆ ਉਹ ਪਿਛਲੇ ਸਮੇਂ ਦੇ ਵਿੱਚ ਘਟ ਗਏ ਆ। ਤੇ ਅਰਬਨ ਏਰੀਆਜ਼ ਦੇ ਵਿੱਚ ਸਰਕਾਰ ਦੇ ਯਤਨ ਹੁੰਦੇ ਆ ਕਿ ਉਹ ਕਿਸੇ ਨਾ ਕਿਸੇ ਤਰ੍ਹਾਂ ਉੱਥੇ ਚਲੇ ਜਾਣ ਜਿੱਥੇ ਪੋਪੂਲੇਸ਼ਨ ਘੱਟ ਆ, ਪਰ ਲੋਕ ਇਹਨਾਂ ਸ਼ਹਿਰਾਂ ਦੇ ਵਿੱਚ ਹੀ ਜ਼ਿਆਦਾ ਸੈਟਲ ਹੁੰਦੇ ਆ। ਫਿਰ ਜਿਹੜੀਆਂ ਭਾਸ਼ਾਵਾਂ ਨੇ ਉਹਦੇ ਆਧਾਰ ਦੇ ਉੱਤੇ ਵੀ ਦੇਖਿਆ ਗਿਆ ਵੀ ਜਿਹੜੇ ਬਾਹਰੋਂ ਆ ਰਹੇ ਉਹ ਕਿਹੜੀਆਂ ਭਾਸ਼ਾਵਾਂ ਨਾਲ ਸੰਬੰਧਿਤ ਆ। 70% ਜਿਹੜੇ ਇਮੀਗ੍ਰੈਂਟਸ ਹੈਗੇ ਆ ਉਹਨਾਂ ਦੀ ਮਦਰ ਟੰਗ ਜਿਹੜੀ ਨਾ ਇੰਗਲਿਸ਼ ਆ ਤੇ ਨਾ ਫਰੈਂਚ ਆ। ਕੈਨੇਡਾ ਦੀਆਂ 2 ਆਫੀਸ਼ੀਅਲ ਲੈਂਗੁਏਜਸ ਨੇ, ਫਰੈਂਚ ਤੇ ਅੰਗਰੇਜ਼ੀ। ਜਿਹੜੇ 70% ਆ ਰਹੇ ਆ ਉਹਨਾਂ ਦੀ ਮਾਤ ਭਾਸ਼ਾ ਨਾ ਅੰਗਰੇਜ਼ੀ ਆ ਤੇ ਨਾ ਫਰੈਂਚ ਆ। 93% ਜਿਹੜੇ ਨੇ 1.3 ਮਿਲੀਅਨ ਦੇ ਵਿੱਚੋਂ ਉਹ 2016 ਤੋਂ 21 ਦੇ ਵਿੱਚ ਆਏ ਆ, ਉਹ ਗੱਲਬਾਤ ਜਿਹੜੀਆਂ ਇਹਨਾਂ ਦੀਆਂ ਅਫੀਸ਼ੀਅਲ ਲੈਂਗੁਏਜ ਨੇ ਜਾਂ ਫਰੈਂਚ ਜਾਂ ਇੰਗਲਿਸ਼ ਦੇ ਵਿੱਚ ਕਰ ਸਕਦੇ ਸੀ। ਸੋ ਨਵੇਂ ਅੰਕੜੇ ਬਹੁਤ ਕੁਝ ਦੱਸਦੇ ਆ ਕੈਨੇਡਾ ਨੂੰ ਕਿਹਨਾਂ ਇਮੀਗ੍ਰੈਂਟਸ ਦੀ ਲੋੜ ਆ, ਕਿਹੜੇ ਇਮੀਗ੍ਰੈਂਟਸ ਆ ਰਹੇ ਨੇ। ਸਾਰੇ ਜਿਹੜੇ G7 ਕੰਟਰੀਜ਼ ਨੇ ਉਹਨਾਂ ਦੇ ਵਿੱਚੋਂ ਕੈਨੇਡਾ ਕਿੱਥੇ ਖੜਾ ਆ। ਜਿਹੜੀ ਰੀਸੈਂਟ ਇੱਥੇ ਇਮੀਗ੍ਰੇਸ਼ਨ ਹੋ ਰਹੀ ਆ ਉਹਦੇ ਵਿੱਚ ਕਿੱਥੇ ਏਸ਼ੀਆ ਤੋਂ ਕਿੰਨੇ ਆ ਰਹੇ, ਮਿਡਲ ਈਸਟ ਤੋਂ ਕਿੰਨੇ ਆ ਰਹੇ ਆ, ਇਹ ਅੰਕੜੇ ਬਹੁਤ ਮਹੱਤਵਪੂਰਨ ਨੇ ਤਾਂ ਕਿ ਕੈਨੇਡਾ ਨੇ ਅੱਗੇ ਆਪਣੀ ਇਮੀਗ੍ਰੇਸ਼ਨ ਪਾਲਿਸੀ ਬਣਾਉਣੀ ਹੁੰਦੀ ਹੈ। ਪਰ ਇੱਕ ਗੱਲ ਸਪਸ਼ਟ ਤੌਰ ਦੇ ਉੱਤੇ ਦੱਸ ਰਹੇ ਆ ਕਿ ਇਹਨਾਂ ਨੂੰ ਅਜੇ ਵੀ ਬਹੁਤ ਸਾਰੇ ਇਮੀਗ੍ਰੈਂਟਸ ਦੀ ਲੋੜ ਆ ਜਿਹੜੇ ਇੱਥੋਂ ਦੇ ਵਰਕਫੋਰਸ ਦਾ ਹਿੱਸਾ ਬਣਨਗੇ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।